ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਇਹ ਆ ਰਹੀ ਹੈ ਕਿ ਲਵਪ੍ਰੀਤ ਦੇ ਕੈਨੇਡਾ ਵਾਲੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਲਵਪ੍ਰੀਤ ਨੂੰ ਇਨਸਾਫ ਮਿਲੇਗਾ। ਬੀਤੇ ਦਿਨ ਲਵਪ੍ਰੀਤ ਦੇ ਘਰ ਪਹੁੰਚੇ ਕੈਨੇਡਾ ਵਾਲੇ ਵਕੀਲ ਅਸ਼ੋਕ ਦੇ ਵੱਲੋਂ ਕਿਹਾ ਗਿਆ ਕਿ ਜਲਦੀ ਹੀ ਇਨਸਾਫ ਮਿਲੇਗਾ ਅਤੇ ਨਾਲ ਹੀ ਵਿੱਤੀ ਸਹਾਇਤਾ ਵੀ ਲਵਪ੍ਰੀਤ ਦੇ ਮਾਪਿਆਂ ਦੀ ਵਕੀਲ ਦੇ ਵੱਲੋਂ ਕੀਤੀ ਜਾ ਰਹੀ ਹੈ। ਲਵਪ੍ਰੀਤ ਦਾ ਕੇਸ ਲੜਨ ਵਾਲੇ ਵਕੀਲਾਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਬਿਨਾਂ ਪੈਸੇ ਤੋਂ ਕੇਸ ਲੜ ਰਹੇ ਨੇ ਅਤੇ ਹੁਣ ਉਹ ਵਿੱਤੀ ਸਹਾਇਤਾ ਕਰ ਰਹੇ ਨੇ ਲਵਪ੍ਰੀਤ ਦੇ ਮਾਪਿਆਂ ਦੀ। ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮੁੱਦਾ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋਈ ਕਾਰਵਾਈ ਤੋਂ ਅਸੰਤੁਸ਼ਟ ਹੈ ਸਾਰਾ ਪਰਿਵਾਰ। ਲਵਪ੍ਰੀਤ ਦੇ ਮਾਪੇ ਇਸ ਸਮੇਂ ਕਹਿ ਰਹੇ ਨੇ ਕਿ ਹੋਰ ਵੀ ਕਈ ਧਾਰਾਵਾਂ ਜੁੜਨੀਆਂ ਚਾਹੀਦੀਆਂ ਸੀ, ਪਰ ਹਲੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 25 ਤਰੀਕ ਤੱਕ ਦਾ ਸਮਾਂ ਪੁਲਿਸ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਚੰਦ ਦਿਨਾਂ ਦੇ ਵਿੱਚ ਬਹੁਤ ਹੀ ਜਲਦੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਵੇਗੀ। ਪਰ ਇਸ ਤੋਂ ਪਹਿਲਾਂ ਕੈਨੇਡਾ ਵਾਲੇ ਵਕੀਲ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਇਹ ਸੰਕੇਤ ਦੇਣਾ ਕਿ ਇਨਸਾਫ ਲਵਪ੍ਰੀਤ ਨੂੰ ਜ਼ਰੂਰ ਮਿਲੇਗਾ ਅਤੇ ਜਲਦੀ ਮਿਲੇਗਾ ਬੜੇ ਵੱਡੇ ਮਾਇਨੇ ਰੱਖਦਾ ਹੈ। ਹੋ ਸਕਦਾ ਹੈ ਕਿ ਵਕੀਲ ਦੇ ਕੋਲ ਕੁਝ ਹੋਰ ਤੱਥਾਂ ਦੇ ਆਧਾਰ ਤੇ ਕੁਝ ਗੱਲਾਂ ਸਾਹਮਣੇ ਆਈਆਂ ਹੋਣ ਜਿਸ ਦੇ ਬਲਬੂਤੇ ਤੇ ਉਹ ਐਡੀ ਵੱਡੀ ਗੱਲ ਆਖ ਰਹੇ ਨੇ ਕਿ ਹੁਣ ਇਨਸਾਫ ਜਲਦ ਹੀ ਮਿਲੇਗਾ। ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੀ ਚਾਹ ਰੱਖ ਰਹੇ ਨੇ ਪਰਿਵਾਰਕ ਮੈਂਬਰ। ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਡਿਪੋਰਟ ਹੋਣੀ ਚਾਹੀਦੀ ਹੈ ਅਤੇ 306 ਦੇ ਪਰਚੇ ਦੇ ਤਹਿਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਖਾਸ ਕਾਰਵਾਈ ਨਹੀਂ ਕੀਤੀ ਗਈ। ਇਹ ਇਲਜ਼ਾਮ ਲਗਾਉਂਦੇ ਹੋਏ ਨਾਖੁਸ਼ ਹੈ ਪਰਿਵਾਰ ਲਵਪ੍ਰੀਤ ਦਾ, ਜਿਸ ਕਾਰਨ ਪਿਛਲੇ ਦਿਨੀ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕਦਮ ਚੁੱਕ ਸਕਦੇ ਨੇ। ਉਹ ਸਰਕਾਰ ਦੇ ਵਿਰੁੱਧ ਜਾ ਕੇ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨਗੇ। ਲਵਪ੍ਰੀਤ ਦੇ ਮਾਪਿਆਂ ਦੇ ਨਾਲ ਕਈ ਸੰਸਥਾਵਾਂ ਅਤੇ ਪਿੰਡ ਵਾਲੇ ਵੀ ਮੌਜੂਦ ਹੋਣਗੇ। ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲਵਪ੍ਰੀਤ ਨੂੰ ਜਲਦ ਹੀ ਇਨਸਾਫ ਮਿਲ ਸਕੇ। ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਅਸ਼ੋਕ ਅਰੋੜਾ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਕੀਤੇ ਗਏ ਸਨ। ਬੀਤੇ ਦਿਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬੇਅੰਤ ਕੌਰ ਬਾਜਵਾ ਕੈਨੇਡਾ ਦੇ ਵਿੱਚ ਪੱਕੀ ਹੋ ਜਾਂਦੀ ਹੈ, ਪਰ ਬਾਅਦ ਦੇ ਵਿੱਚ ਉਸਦੇ ਕਾਗਜ਼ਾਤ ਦੇ ਵਿੱਚੋਂ ਜੇਕਰ ਕੋਈ ਗਲਤੀ ਆ ਜਾਂਦੀ ਹੈ, ਧੋਖਾਧੜੀ ਦਾ ਕੇਸ ਨਿਕਲ ਆਉਂਦਾ ਹੈ ਤਾਂ ਉਸਨੂੰ ਫੌਰਨ ਹੀ ਉੱਥੋਂ ਡਿਪੋਰਟ ਕਰਨਾ ਪਵੇਗਾ, ਕਿਉਂਕਿ ਇਸ ਦੇ ਮਾਇਨੇ ਇਹ ਨਿਕਲਣਗੇ ਕਿ ਬੇਅੰਤ ਕੌਰ ਨੇ ਉੱਥੇ ਦੀ ਸਰਕਾਰ ਦੇ ਨਾਲ ਧੋਖਾ ਕੀਤਾ ਹੈ, ਸਰਕਾਰ ਦੇ ਨਾਲ ਝੂਠ ਬੋਲਿਆ। ਨਾਲੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਬੇਅੰਤ ਕੌਰ ਬਾਜਵਾ ਡਿਪੋਰਟ ਨਹੀਂ ਹੋ ਸਕਦੀ, ਉਹ ਬਿਲਕੁਲ ਹੀ ਗਲਤ ਸੋਚ ਰਹੇ ਨੇ। ਉਹਨਾਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਨੇ, ਕਿਸੇ ਵੀ ਧੋਖਾਧੜੀ ਨੂੰ, ਝੂਠ ਨੂੰ ਉਹ ਬਰਦਾਸ਼ਤ ਨਹੀਂ ਕਰਦੇ। ਨਵੇਂ ਕਾਨੂੰਨ ਬਣਾਉਣ ਦੇ ਵਿੱਚ ਵੀ ਦੇਰ ਨਹੀਂ ਕਰਦੇ। ਜੇਕਰ ਕਿਸੇ ਵੀ ਪ੍ਰਕਾਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਸੰਬੰਧੀ ਨਵੇਂ ਕਾਨੂੰਨ ਵੀ ਬਣਾ ਸਕਦੇ ਨੇ। ਕੈਨੇਡਾ ਸਰਕਾਰ ਅਜਿਹੇ ਕੰਮਾਂ ਵਾਸਤੇ ਹੀ ਜਾਣੀ ਜਾਂਦੀ ਹੈ। ਅਸ਼ੋਕ ਅਰੋੜਾ ਦੇ ਵੱਲੋਂ ਕਿਹਾ ਗਿਆ। ਕੈਨੇਡੀਅਨ ਵਕੀਲ ਨੇ ਖਾਸ ਤੌਰ ਤੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਇਸੇ ਕੰਮ ਲਈ ਜਾਣੀ ਜਾਂਦੀ ਹੈ ਕਿ ਉਹ ਨਵੇਂ ਕਾਨੂੰਨ ਬਣਾਉਣ ਦੇ ਵਿੱਚ ਦੇਰੀ ਨਹੀਂ ਕਰਦੀ। ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਦੇ ਵਿੱਚ ਕਿ ਕਾਨੂੰਨ ਨਹੀਂ ਬਣੇ ਹੋਏ ਪਰ ਅਜਿਹੇ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਨਵੇਂ ਕਾਨੂੰਨ ਬਣਾਉਣ ਦੇ ਵਿੱਚ ਦੇਰੀ ਨਹੀਂ ਕਰਦੀ ਕੈਨੇਡੀਅਨ ਸਰਕਾਰ, ਅਤੇ ਜੇਕਰ ਕੁਝ ਵੀ ਗਲਤ ਹੁੰਦਾ ਤਾਂ ਤੁਰੰਤ ਹੀ ਉਸ ਨੂੰ ਸੁਲਝਾਉਣ ਦੇ ਲਈ ਵੀ ਕਾਨੂੰਨ ਬਣਾ ਦਿੱਤੇ ਜਾਂਦੇ ਨੇ। ਇਸ ਦੌਰਾਨ ਉਹਨਾਂ ਨੇ ਰਬਤਿਵ ਜੋਹਲ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਦੇ ਇਸ ਧੋਖੇ ਤੋਂ ਬਾਅਦ ਵੀ ਕਿ ਉਹ ਉਸ ਦੇ ਨਾਲ ਵਿਆਹ ਕਰਵਾਏਗਾ। ਬੇਅੰਤ ਕੌਰ ਬਾਜਵਾ ਦੇ ਨਾਲ ਲਗਾਤਾਰ ਰਹਿ ਰਿਹਾ ਸੀ। ਲਵਪ੍ਰੀਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਦੋਸ਼ ਲਗਾਇਆ ਗਿਆ ਸੀ। ਲਵਪ੍ਰੀਤ ਦੀ ਭੈਣ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸੇ ਕਰਕੇ ਬੇਅੰਤ ਕੌਰ ਐਡਰੈਸ ਨਹੀਂ ਦੱਸ ਰਹੀ, ਕਿਉਂਕਿ ਉਹ ਹੁਣ ਨਹੀਂ ਸਗੋਂ ਪਿਛਲੇ ਕਾਫੀ ਸਮੇਂ ਤੋਂ ਹੀ ਰਬਦੀਪ ਨਾਮ ਦੇ ਮੁੰਡੇ ਦੇ ਨਾਲ ਰਹਿ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਬੇਅੰਤ ਕੌਰ ਤੇ ਲਗਾਤਾਰ ਲੱਗ ਰਹੇ ਨੇ। ਇਸ ਤੋਂ ਇਲਾਵਾ ਵਕੀਲ ਅਸ਼ੋਕ ਅਰੋੜਾ ਦਾ ਕਹਿਣਾ ਸੀ ਕਿ ਜੇਕਰ ਕੋਈ ਵੀ ਬੇਅੰਤ ਕੌਰ ਬਾਜਵਾ ਦੇ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਹ ਵੀ ਇਸ ਮਾਮਲੇ ਦੇ ਵਿੱਚ ਲਪੇਟੇ ਦੇ ਵਿੱਚ ਜ਼ਰੂਰ ਆਵੇਗਾ। ਦੱਸ ਦਈਏ ਤੁਹਾਨੂੰ ਕਿ ਇਹ ਸਾਰੀ ਜਾਣਕਾਰੀ ਇੱਕ ਵੀਡੀਓ ਦੇ ਆਧਾਰ ਤੇ ਬਣਾਈ ਗਈ ਹੈ ਅਤੇ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਵਕੀਲ ਦੇ ਵੱਲੋਂ ਦਿੱਤੀ ਗਈ ਸੀ। ਸਾਰੀ ਜਾਣਕਾਰੀ ਉੱਥੋਂ ਹੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਖਬਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਪਲ ਪਲ ਦੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਤੁਹਾਡੇ ਤੱਕ ਪਹੁੰਚਾਈ ਜਾ ਸਕੇ।
ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਇਹ ਆ ਰਹੀ ਹੈ ਕਿ ਲਵਪ੍ਰੀਤ ਦੇ ਕੈਨੇਡਾ ਵਾਲੇ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਲਵਪ੍ਰੀਤ ਨੂੰ ਇਨਸਾਫ ਮਿਲੇਗਾ। ਬੀਤੇ ਦਿਨ ਲਵਪ੍ਰੀਤ ਦੇ ਘਰ ਪਹੁੰਚੇ ਕੈਨੇਡਾ ਵਾਲੇ ਵਕੀਲ ਅਸ਼ੋਕ ਦੇ ਵੱਲੋਂ ਕਿਹਾ ਗਿਆ ਕਿ ਜਲਦੀ ਹੀ ਇਨਸਾਫ ਮਿਲੇਗਾ ਅਤੇ ਨਾਲ ਹੀ ਵਿੱਤੀ ਸਹਾਇਤਾ ਵੀ ਲਵਪ੍ਰੀਤ ਦੇ ਮਾਪਿਆਂ ਦੀ ਵਕੀਲ ਦੇ ਵੱਲੋਂ ਕੀਤੀ ਜਾ ਰਹੀ ਹੈ। ਲਵਪ੍ਰੀਤ ਦਾ ਕੇਸ ਲੜਨ ਵਾਲੇ ਵਕੀਲਾਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਬਿਨਾਂ ਪੈਸੇ ਤੋਂ ਕੇਸ ਲੜ ਰਹੇ ਨੇ ਅਤੇ ਹੁਣ ਉਹ ਵਿੱਤੀ ਸਹਾਇਤਾ ਕਰ ਰਹੇ ਨੇ ਲਵਪ੍ਰੀਤ ਦੇ ਮਾਪਿਆਂ ਦੀ। ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮੁੱਦਾ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋਈ ਕਾਰਵਾਈ ਤੋਂ ਅਸੰਤੁਸ਼ਟ ਹੈ ਸਾਰਾ ਪਰਿਵਾਰ। ਲਵਪ੍ਰੀਤ ਦੇ ਮਾਪੇ ਇਸ ਸਮੇਂ ਕਹਿ ਰਹੇ ਨੇ ਕਿ ਹੋਰ ਵੀ ਕਈ ਧਾਰਾਵਾਂ ਜੁੜਨੀਆਂ ਚਾਹੀਦੀਆਂ ਸੀ, ਪਰ ਹਲੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 25 ਤਰੀਕ ਤੱਕ ਦਾ ਸਮਾਂ ਪੁਲਿਸ ਦੇ ਵੱਲੋਂ ਦਿੱਤਾ ਗਿਆ ਸੀ ਤਾਂ ਚੰਦ ਦਿਨਾਂ ਦੇ ਵਿੱਚ ਬਹੁਤ ਹੀ ਜਲਦੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਵੇਗੀ। ਪਰ ਇਸ ਤੋਂ ਪਹਿਲਾਂ ਕੈਨੇਡਾ ਵਾਲੇ ਵਕੀਲ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਇਹ ਸੰਕੇਤ ਦੇਣਾ ਕਿ ਇਨਸਾਫ ਲਵਪ੍ਰੀਤ ਨੂੰ ਜ਼ਰੂਰ ਮਿਲੇਗਾ ਅਤੇ ਜਲਦੀ ਮਿਲੇਗਾ ਬੜੇ ਵੱਡੇ ਮਾਇਨੇ ਰੱਖਦਾ ਹੈ। ਹੋ ਸਕਦਾ ਹੈ ਕਿ ਵਕੀਲ ਦੇ ਕੋਲ ਕੁਝ ਹੋਰ ਤੱਥਾਂ ਦੇ ਆਧਾਰ ਤੇ ਕੁਝ ਗੱਲਾਂ ਸਾਹਮਣੇ ਆਈਆਂ ਹੋਣ ਜਿਸ ਦੇ ਬਲਬੂਤੇ ਤੇ ਉਹ ਐਡੀ ਵੱਡੀ ਗੱਲ ਆਖ ਰਹੇ ਨੇ ਕਿ ਹੁਣ ਇਨਸਾਫ ਜਲਦ ਹੀ ਮਿਲੇਗਾ। ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੀ ਚਾਰ ਰੱਖ ਰਹੇ ਨੇ ਪਰਿਵਾਰਕ ਮੈਂਬਰ। ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਡਿਪੋਰਟ ਹੋਣੀ ਚਾਹੀਦੀ ਹੈ ਅਤੇ 306 ਦੇ ਪਰਚੇ ਦੇ ਤਹਿਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਖਾਸ ਕਾਰਵਾਈ ਨਹੀਂ ਕੀਤੀ ਗਈ। ਇਹ ਇਲਜ਼ਾਮ ਲਗਾਉਂਦੇ ਹੋਏ ਨਾਖੁਸ਼ ਹੈ ਪਰਿਵਾਰ ਲਵਪ੍ਰੀਤ ਦਾ, ਜਿਸ ਕਾਰਨ ਪਿਛਲੇ ਦਿਨੀ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕਦਮ ਚੁੱਕ ਸਕਦੇ ਨੇ। ਉਹ ਸਰਕਾਰ ਦੇ ਵਿਰੁੱਧ ਜਾ ਕੇ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨਗੇ। ਲਵਪ੍ਰੀਤ ਦੇ ਮਾਪਿਆਂ ਦੇ ਨਾਲ ਕਈ ਸੰਸਥਾਵਾਂ ਅਤੇ ਪਿੰਡ ਵਾਲੇ ਵੀ ਮੌਜੂਦ ਹੋਣਗੇ। ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲਵਪ੍ਰੀਤ ਨੂੰ ਜਲਦ ਹੀ ਇਨਸਾਫ ਮਿਲ ਸਕੇ। ਲਵਪ੍ਰੀਤ ਲਾਡੀ ਦੇ ਕੈਨੇਡੀਅਨ ਵਕੀਲ ਅਸ਼ੋਕ ਅਰੋੜਾ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਕੀਤੇ ਗਏ ਸਨ। ਬੀਤੇ ਦਿਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬੇਅੰਤ ਕੌਰ ਬਾਜਵਾ ਕੈਨੇਡਾ ਦੇ ਵਿੱਚ ਪੱਕੀ ਹੋ ਜਾਂਦੀ ਹੈ, ਪਰ ਬਾਅਦ ਦੇ ਵਿੱਚ ਉਸਦੇ ਕਾਗਜ਼ਾਤ ਦੇ ਵਿੱਚੋਂ ਜੇਕਰ ਕੋਈ ਗਲਤੀ ਆ ਜਾਂਦੀ ਹੈ, ਧੋਖਾਧੜੀ ਦਾ ਕੇਸ ਨਿਕਲ ਆਉਂਦਾ ਹੈ ਤਾਂ ਉਸ ਨੂੰ ਫੌਰਨ ਹੀ ਉੱਥੋਂ ਡਿਪੋਰਟ ਕਰਨਾ ਪਵੇਗਾ, ਕਿਉਂਕਿ ਇਸ ਦੇ ਮਾਇਨੇ ਇਹ ਨਿਕਲਣਗੇ ਕਿ ਬੇਅੰਤ ਕੌਰ ਨੇ ਉੱਥੇ ਦੀ ਸਰਕਾਰ ਦੇ ਨਾਲ ਧੋਖਾ ਕੀਤਾ ਹੈ, ਸਰਕਾਰ ਦੇ ਨਾਲ ਝੂਠ ਬੋਲਿਆ। ਨਾਲੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਬੇਅੰਤ ਕੌਰ ਬਾਜਵਾ ਡਿਪੋਰਟ ਨਹੀਂ ਹੋ ਸਕਦੀ, ਉਹ ਬਿਲਕੁਲ ਹੀ ਗਲਤ ਸੋਚ ਰਹੇ ਨੇ। ਉਹਨਾਂ ਦੱਸਿਆ ਕਿ ਕੈਨੇਡਾ ਦੇ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਨੇ, ਕਿਸੇ ਵੀ ਧੋਖਾਧੜੀ ਨੂੰ, ਝੂਠ ਨੂੰ ਉਹ ਬਰਦਾਸ਼ਤ ਨਹੀਂ ਕਰਦੇ। ਨਵੇਂ ਕਾਨੂੰਨ ਬਣਾਉਣ ਦੇ ਵਿੱਚ ਵੀ ਦੇਰ ਨਹੀਂ ਕਰਦੇ। ਜੇਕਰ ਕਿਸੇ ਵੀ ਪ੍ਰਕਾਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਸੰਬੰਧੀ ਨਵੇਂ ਕਾਨੂੰਨ ਵੀ ਬਣਾ ਸਕਦੇ ਨੇ। ਕੈਨੇਡਾ ਸਰਕਾਰ ਅਜਿਹੇ ਕੰਮਾਂ ਵਾਸਤੇ ਹੀ ਜਾਣੀ ਜਾਂਦੀ ਹੈ। ਅਸ਼ੋਕ ਅਰੋੜਾ ਦੇ ਵੱਲੋਂ ਕਿਹਾ ਗਿਆ। ਕੈਨੇਡੀਅਨ ਵਕੀਲ ਨੇ ਖਾਸ ਤੌਰ ਤੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਇਸੇ ਕੰਮ ਲਈ ਜਾਣੀ ਜਾਂਦੀ ਹੈ ਕਿ ਉਹ ਨਵੇਂ ਕਾਨੂੰਨ ਬਣਾਉਣ ਦੇ ਵਿੱਚ ਦੇਰੀ ਨਹੀਂ ਕਰਦੀ। ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਦੇ ਵਿੱਚ ਕਿ ਕਾਨੂੰਨ ਨਹੀਂ ਬਣੇ ਹੋਏ ਪਰ ਅਜਿਹੇ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਨਵੇਂ ਕਾਨੂੰਨ ਬਣਾਉਣ ਦੇ ਵਿੱਚ ਦੇਰੀ ਨਹੀਂ ਕਰਦੀ ਕੈਨੇਡੀਅਨ ਸਰਕਾਰ, ਅਤੇ ਜੇਕਰ ਕੁਝ ਵੀ ਗਲਤ ਹੁੰਦਾ ਤਾਂ ਤੁਰੰਤ ਹੀ ਉਸ ਨੂੰ ਸੁਲਝਾਉਣ ਦੇ ਲਈ ਵੀ ਕਾਨੂੰਨ ਬਣਾ ਦਿੱਤੇ ਜਾਂਦੇ ਨੇ। ਇਸ ਦੌਰਾਨ ਉਹਨਾਂ ਨੇ ਰਬਤਿਵ ਜੋਹਲ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਦੇ ਇਸ ਧੋਖੇ ਤੋਂ ਬਾਅਦ ਵੀ ਕਿ ਉਹ ਉਸ ਦੇ ਨਾਲ ਵਿਆਹ ਕਰਵਾਏਗਾ। ਬੇਅੰਤ ਕੌਰ ਬਾਜਵਾ ਦੇ ਨਾਲ ਲਗਾਤਾਰ ਰਹਿ ਰਿਹਾ ਸੀ। ਲਵਪ੍ਰੀਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਦੋਸ਼ ਲਗਾਇਆ ਗਿਆ ਸੀ। ਲਵਪ੍ਰੀਤ ਦੀ ਭੈਣ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਸੇ ਕਰਕੇ ਬੇਅੰਤ ਕੌਰ ਐਡਰੈਸ ਨਹੀਂ ਦੱਸ ਰਹੀ, ਕਿਉਂਕਿ ਉਹ ਹੁਣ ਨਹੀਂ ਸਗੋਂ ਪਿਛਲੇ ਕਾਫੀ ਸਮੇਂ ਤੋਂ ਹੀ ਰਬਦੀਪ ਨਾਮ ਦੇ ਮੁੰਡੇ ਦੇ ਨਾਲ ਰਹਿ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਬੇਅੰਤ ਕੌਰ ਤੇ ਲਗਾਤਾਰ ਲੱਗ ਰਹੇ ਨੇ। ਇਸ ਤੋਂ ਇਲਾਵਾ ਵਕੀਲ ਅਸ਼ੋਕ ਅਰੋੜਾ ਦਾ ਕਹਿਣਾ ਸੀ ਕਿ ਜੇਕਰ ਕੋਈ ਵੀ ਬੇਅੰਤ ਕੌਰ ਬਾਜਵਾ ਦੇ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਹ ਵੀ ਇਸ ਮਾਮਲੇ ਦੇ ਵਿੱਚ ਲਪੇਟੇ ਦੇ ਵਿੱਚ ਜ਼ਰੂਰ ਆਵੇਗਾ। ਦੱਸ ਦਈਏ ਤੁਹਾਨੂੰ ਕਿ ਇਹ ਸਾਰੀ ਜਾਣਕਾਰੀ ਇੱਕ ਵੀਡੀਓ ਦੇ ਆਧਾਰ ਤੇ ਬਣਾਈ ਗਈ ਹੈ ਅਤੇ ਇਹ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਵਕੀਲ ਦੇ ਵੱਲੋਂ ਦਿੱਤੀ ਗਈ ਸੀ। ਸਾਰੀ ਜਾਣਕਾਰੀ ਉੱਥੋਂ ਹੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਖਬਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਪਲ ਪਲ ਦੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਤੁਹਾਡੇ ਤੱਕ ਪਹੁੰਚਾਈ ਜਾ ਸਕੇ।